सब थाई होए सहाय। तेग बहादुर सिमरे करनो निधि आवे गाए। सतनाम वाहिगुरु साहिब जी। धन वाहे गुरु जीओ। जेह बिख्या सगली तजी, लियो पेख बैराग। कहो नानक सुन रे मना, तेह नर माथै भाग। कहो नानक सुन रे मना, तेह नर माथै भाग। परम सन्मानयोग सतगुरु धन धन श्री गुरु ग्रंथ साहिब सच्चे पातशाह जी महाराज बख्शिशवान सतगुरां दी पावन हजूरी अंदर सुभाईमान गुरु प्यारी साध संगत जी, धन गुरु तेग बहादुर साहिब सतगुरु जी दी अपार अपार किरपा सदका तिन्हां दी रसना तो उचारण कीते होए रब्बी सलोकां दी विचारधारा दे नाल जुड़न दा यतन करदे हां। लड़ी दे तहत अज 17वां सलोक अकाल पुरख वाहिगुरु दे घर दा सुनेहा। सतगुरु ने साडी झोली पाया, साडे जीवन नूं बख्शिश दी कणी दे नाल सिंजिया है। गुरु बाबे दी रहमत नूं बख्शिश नूं अपने हिरदे दियां झोलियां दे विच पवाउण दा यतन करिए। धन गुरु तेग बहादुर महाराज किरपा करदियां दात झोली पाउंदे ने। जेह बिखिया सगली तजी, लियो भेख बैराग। कहो नानक सुन रे मना, ते नर माथे भाग। जीवन दा मूल पाखिया वैराग, त्याग, अनुराग। वैराग लफज बहुत लमेरा ते बड़ी वड्डिया समा मंगदा है। वैराग की है? अखां विचों डिगदे होए हंझुआं दा नाम वैराग नहीं। बहुत लोग है जिन्हां कोल संसारी कला वैराग है। संसारी वैराग तो वो धर्म नूं समझण दा यतन करदे हैं। संसारी वैराग ये है, पुत्र दूर चला गया, अखां च तां वी हंझू है। घर दे विचों कुछ चला गया, नुकसान हो गया, तां वी हंझू है। शरीर विचों जीवन विचों कुछ मनफी हो जाना, कुछ दूर हो जाना, जिहदे नाल असल च साडी मोह दी एक पकड़ जुड़ी हुई है। जदों कोई दूर जांदा है, साडे तो विछड़दा है, तन करके विछड़ गया जां मौत राहीं विछड़ गया जां वैसे किते चला गया, ओहदी जिहड़ी पकड़ जिहड़ी आ ओह अंदर नूं वार-वार तंगी देंदी आ। उस तंगी दे विचों, उस दुख दे विचों जिहड़ा दुख अखां दे दरवाजियां राहीं हंझू बन के वहिंदा है, बहुते लोग ओहनूं बैराग कहंदे आ। एक संसार विच हिंदुस्तान दी सरजमी ते मत चलिया, धर्म चलिया वैरागी धर्म। बैरागी हो गए। सिख कौम दा एक महान जरनैल बाबा बंदा सिंह बहादुर, कदी ना कदी उहदे नाल इह नाम भी जुड़िया, माधो दास बैरागी। बैरागी एक मत सी, पर धन गुरु नानक साहब दे घर विच बैराग दी अवस्था ये नहीं है। जिहड़ा वैरागी मत आ, उन्हें एक पहला नारा ये लाया, सब कुछ छड्ड के
ਪਾਸੇ ਚਲੇ ਜਾਓ। ਘਰ ਬਾਰ, ਧੀਆਂ ਪੁੱਤਰ, ਭੈਣ ਭਰਾ, ਇਲਾਕਾ, ਜਿਸ ਨਾਲ ਵੀ ਸਾਡੀ ਪਕੜਿਆ ਉਹਨੂੰ ਛੱਡ ਕੇ ਦੂਰ ਚਲੇ ਜਾਓ। ਉਹਨੂੰ ਪਦਵੀ ਦੇ ਦਿੱਤੀ ਜਾਂਦੀ ਵੀ ਇਹ ਬੰਦਾ ਵੈਰਾਗੀ ਹੋ ਗਿਆ। ਧੰਨ ਗੁਰੂ ਨਾਨਕ ਸਾਹਿਬ ਨੇ ਘਰ ਛੱਡਣ ਦੀ ਗੱਲ ਨਹੀਂ ਕਹੀ। ਮਹਾਰਾਜ ਸਤਿਗੁਰੂ ਜੀ ਨੇ ਵੈਰਾਗੀ ਕਿਹਨੂੰ ਆਖਿਆ? ਮੈਂ ਇੱਕ ਛੋਟੀ ਜੀ ਨਾਲ ਕਹਾਣੀ ਸਾਖੀ ਰੂਪ ਚ ਕਵਾਂ। ਇੱਕ ਰਾਜਾ ਹੋਇਆ ਭਰਥਰੀ। ਉਹਦੇ ਬਾਬਤ ਇਹ ਕਹਾਣੀ ਪ੍ਰਚਲਿਤ ਹੈ ਕਿ ਉਹਦੇ ਸਮੇਂ ਦੇ ਵਿੱਚ ਉਹਦੇ ਰਾਜ ਭਾਗ ਚ ਇੱਕ ਬ੍ਰਾਹਮਣ ਨੇ ਭਗਤੀ ਬੰਦਗੀ ਕਰਕੇ ਅਮਰ ਫਲ ਪ੍ਰਾਪਤ ਕੀਤਾ। ਗੱਲ ਸਿਰਫ ਸਮਝਣ ਵਾਲੀ ਹੈ। ਅਮਰ ਫਲ ਪ੍ਰਾਪਤ ਕੀਤਾ ਵੀ ਇਹਨੂੰ ਖਾ ਕੇ ਬੰਦਾ ਸਦਾ ਜਵਾਨ ਰਹਿੰਦਾ। ਬ੍ਰਾਹਮਣ ਬੜਾ ਗਰੀਬ ਸੀ। ਰਾਜੇ ਨੂੰ ਫਲ ਭੇਟ ਕੀਤਾ ਵੀ ਮੈਨੂੰ ਤੇ ਲੋੜ ਨਹੀਂ ਇਹਦੀ, ਮੈਂ ਜਵਾਨ ਰਹਿ ਕੇ ਕੀ ਕਰਾਂਗਾ। ਪੈਸਿਆਂ ਵੱਟੇ ਉਹ ਅਮਰ ਫਲ ਰਾਜੇ ਭਰਥਰੀ ਨੂੰ ਦੇ ਦਿੱਤਾ। ਰਾਜੇ ਭਰਥਰੀ ਨੇ ਆਪਣੀ ਪਤਨੀ ਨਾਲ ਬੜੀ ਸਾਂਝ ਸੀ, ਨੇਹ ਸੀ, ਮੋਹ ਸੀ, ਮੁਹੱਬਤ ਸੀ। ਉਹ ਫਲ ਉਹਨੂੰ ਦੇ ਦਿੱਤਾ ਵੀ ਤੂੰ ਖਾ, ਤੰਦਰੁਸਤ ਰਹਿ। ਰਾਣੀ ਨੇ ਉਹ ਫਲ ਲਿਆ ਤੇ ਉਹਦਾ ਅੱਗੇ ਇਸ਼ਕ ਆ ਕਿਸੇ ਮਹਾਵਤ ਦੇ ਨਾਲ ਜਿਹੜਾ ਹਾਥੀ ਦੀ ਦੇਖ ਰੇਖ ਕਰਦਾ। ਉਹ ਫਲ ਮਹਾਵਤ ਕੋਲ ਚਲਾ ਗਿਆ। ਮਹਾਵਤ ਅੱਗੇ ਕਿਸੇ ਵੈਸ਼ਿਆ ਦੇ ਦੁਆਰੇ ਤੇ ਜਾਂਦਾ। ਉਹਦੇ ਨਾਲ ਸਾਂਝ ਆ, ਮੋਹ ਆ। ਉਹਨੇ ਉਹ ਫਲ ਵੈਸ਼ਿਆ ਨੂੰ ਦੇ ਦਿੱਤਾ। ਵੈਸ਼ਿਆ ਨੇ ਫਲ ਵੇਖਿਆ ਵੀ ਮੈਂ ਤਾਂ ਅੱਗੇ ਨਰਕ ਭੋਗਦੀ ਆ, ਕੀ ਕਰਨਾ ਫਲ। ਉਹ ਫਲ ਫਿਰ ਰਾਜੇ ਭਰਥਰੀ ਕੋਲ ਪਹੁੰਚ ਗਿਆ। ਰਾਜਾ ਬੜਾ ਹੈਰਾਨ ਹੋਇਆ, ਮੇਰੇ ਕੋਲੋਂ ਫਲ ਅੱਗੇ ਅੱਗੇ ਚੱਲ ਕੇ ਕਿਵੇਂ ਆ ਗਿਆ। ਉਹਨੇ ਤਫਦੀਸ਼ ਕੀਤੀ। ਰਾਜੇ ਤੋਂ ਪਤਨੀ, ਪਤਨੀ ਤੋਂ ਮਹਾਵਤ, ਮਹਾਵਤ ਤੋਂ ਵੈਸ਼ਿਆ, ਵੈਸ਼ਿਆ ਤੋਂ ਫਿਰ ਰਾਜਾ। ਇੰਨੀ ਅੰਦਰ ਡੂੰਗੀ ਸੱਟ ਲੱਗ ਗਈ ਰਾਜੇ ਭਰਥਰੀ ਦੇ ਵੀ ਮਨਾ ਮੇਰਿਆ, ਇੱਕ ਧੋਖੇਬਾਜ਼ ਹੋਵੇ, ਦੋ ਹੋਣ, ਤਿੰਨ ਹੋਣ, ਪਰ ਇੱਥੇ ਜੱਗ ਹੀ ਸਾਰਾ ਧੋਖੇਬਾਜ਼ਾਂ ਦਾ। ਸਭ ਕੁਝ ਛੱਡ ਕੇ ਰਾਜਾ ਭਰਥਰੀ ਘਰੋਂ ਤੁਰ ਪਿਆ। ਤੁਰਦਿਆਂ ਬੜਾ ਦੁੱਖ ਹੋਇਆ, ਸਭ ਕੁਝ ਛੱਡ ਕੇ ਜਾਣਾ, ਪਰ ਅੰਦਰ ਸੱਟ ਬੜੀ ਸੀ। ਉਹਨੇ ਉਸ ਚੀਜ਼ ਨੂੰ ਵੀ ਵੈਰਾਗ ਆਖਿਆ। ਉਹਨੇ ਇੱਕ ਗ੍ਰੰਥ ਲਿਖਿਆ, ਵੈਰਾਗ ਸ਼ਤਕ। ਉਹ ਵੈਰਾਗ ਦੀ ਆਪਣੇ ਤਰੀਕੇ ਨਾਲ ਵਿਆਖਿਆ ਕਰਦਾ। ਕਿਸੇ ਨੂੰ ਸੰਸਾਰ ਚੋਂ ਧੋਖਾ ਮਿਲਿਆ, ਟੁੱਟ ਗਿਆ, ਉਹ ਵੀ ਇੱਕ ਵੈਰਾਗੀ ਬਿਰਤੀ ਚੱਲੀ। ਆਪਾਂ ਨਾਲ ਅਗਲਾ ਪੱਖ ਦੇ ਨਾਲ ਫਿਰ ਜੋੜਾਂਗੇ। ਸਤਿਗੁਰੂ ਦਾ ਘਰ ਕਹਿੰਦਾ ਆ ਵੀ ਇੱਥੇ ਧੋਖੇਬਾਜ਼ਾਂ ਕਰਕੇ ਵੈਰਾਗ ਨਹੀਂ। ਸੰਸਾਰ ਦਾ ਮੋਹ ਦੀ ਪਕੜ ਤੋਂ ਜਿਹੜਾ ਦੁੱਖ ਪੈਦਾ ਹੋਇਆ ਉਹ ਵੈਰਾਗ ਨਹੀਂ। ਘਰ ਬਾਰ ਛੱਡ ਕੇ ਚਲੇ ਜਾਣਾ ਵੈਰਾਗ ਨਹੀਂ। ਵੈਰਾਗ ਕੀ ਹੈ? ਆਪਣੇ ਘਰ ਵਿੱਚ ਰਹਿੰਦੇ ਆ ਆਪਣੇ ਜੀਵਨ ਨੂੰ ਰੋਜ਼ ਵੇਖਣ ਦਾ ਯਤਨ ਕਰਨਾ, ਮੇਰੇ ਉੱਤੇ ਕੀ ਪ੍ਰਭਾਵ ਹੈ, ਕਿਹੜੇ ਔਗਣ ਹੈ ਜਿਨ੍ਹਾਂ ਕਰਕੇ ਮੈਂ ਆਪਣੇ ਜੀਵਨ ਨੂੰ ਧਰਮੀ ਨਹੀਂ ਬਣਾ ਸਕਦਾ। ਧਰਮੀ ਬਣਨ ਦਾ ਯਤਨ ਕਰਦਾ ਆ ਪਰ ਧਰਮੀ ਹੋ ਨਹੀਂ ਰਿਹਾ, ਮੇਰੇ ਉੱਤੇ ਕੌਣ ਹਾਵੀ ਹੈ। ਧੰਨ ਭਗਤ ਬਾਬਾ ਰਵਿਦਾਸ ਪਾਤਸ਼ਾਹ ਦਾ ਬੜਾ ਪਿਆਰਾ ਇੱਕ ਬਚਨ ਆ। ਮਹਾਰਾਜ ਕਹਿੰਦੇ ਆ, ਨਾਥ ਕਛੂ ਨਾ ਜਾਣੋ, ਐ ਮੇਰੇ ਮਾਲਕ ਵਾਹਿਗੁਰੂ, ਅਨਾਥਾਂ ਦੇ ਨਾਥ ਪਰਮਾਤਮਾ, ਮੈਂ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਪਿਆ। ਨਾਥ ਕਛੂ ਨਾ ਜਾਣੋ, ਮਨ ਮਾਇਆ ਕੈ ਹੱਥ ਬਕਾਨੋ, ਮੇਰਾ ਮਨ ਮਾਇਆ ਦੇ ਹੱਥਾਂ 'ਚ ਵਿਕ ਗਿਆ ਹੈ। ਤੁਮ ਕਹੀਅਤ ਹੋ ਜਗਤ ਗੁਰ ਸੁਆਮੀ, ਤੈਨੂੰ ਅਸੀਂ ਸਾਰੇ ਜਗਤ ਦਾ ਸੁਆਮੀ ਕਹਿੰਦੇ ਆ। ਹਮ ਕਹੀਅਤ ਕਲ ਯੁਗ ਕੇ ਕਾਮੀ, ਅਸੀਂ ਕਲ ਯੁਗ ਵਿੱਚ ਰਹਿਣ ਵਾਲੇ ਕਾਮੀ ਲੋਕ ਆ। ਇਨ ਪੰਚਨ ਮੇਰੋ ਮਨ ਜੋ ਬਿਗਾਰਿਓ, ਆ ਜਿਹੜੇ ਪੰਜੇ ਵਿਕਾਰ ਆ ਨਾ, ਇਹਨਾਂ ਮੇਰੇ ਮਨ ਨੂੰ ਬਹੁਤ ਵਿਗਾੜਿਆ, ਇੰਨਾ ਕੁ ਦੁਖੀ ਕੀਤਾ। ਪਲ ਪਲ ਹਰ ਜੀ ਤੇ ਅੰਤਰ ਪਾਰਿਓ, ਹਰ ਪਲ ਹਰ ਘੜੀ ਇਹਨਾਂ ਵਿਕਾਰਾਂ ਨੇ ਮੈਨੂੰ ਤੇਰੇ ਤੋਂ ਦੂਰ ਹੀ ਕਰਨ ਦਾ ਯਤਨ ਕੀਤਾ।
ਬਾਬਾ ਫਰੀਦ ਸਾਹਿਬ ਕਹਿੰਦੇ ਆ, ਫਰੀਦਾ ਸਰਵਰ ਪੰਖੀ ਹੇਕੜੋ ਫਾਈ ਵਾਲ 50। ਇੱਕ ਦੋ ਨਹੀਂ ਲੁੱਟਣ ਵਾਲੇ, 50 ਆ ਇਹਨੂੰ ਲੁੱਟਣ ਵਾਲੇ। ਇਹ ਤਨ ਲਹਿਰੀ ਗੱਡ ਤੇ ਆ ਸੱਚੇ ਤੇਰੀ ਆਸ। ਮਾਲਕਾ ਤੇਰੀ ਆਸ ਆ, ਸਿਰਫ ਤੂੰ ਬਚਾ ਸਕਦਾ, ਹੋਰ ਕੁਝ ਨਹੀਂ। ਜਦੋਂ ਧਰਮ ਦੇ ਰਾਹ ਤੇ ਤੁਰੋਗੇ ਪਿਆਰਿਓ, ਵਾਹਿਗੁਰੂ ਦੇ ਘਰ ਨਾਲ ਮਿਲਾਪ ਹੁੰਦਾ ਸੱਚੀ, ਇਹ ਨਹੀਂ ਵੀ ਹੁੰਦਾ ਨਹੀਂ, ਪਰ ਉਹਦੇ ਲਈ ਸਭ ਤੋਂ ਪਹਿਲਾਂ ਬੈਰਾਗ ਹੈ। ਬੈਰਾਗ ਕੀ ਆ? ਬਾਬਾ ਫਰੀਦ ਸਾਹਿਬ ਨੇ ਇੱਕ ਗੱਲ ਵੇਖੀ। ਮਹਾਰਾਜ ਕਹਿੰਦੇ ਆ, ਦਿਨ ਦਾ ਚੜਾ ਪਿੰਡੋਂ ਬਾਹਰ ਇੱਕ ਬੜਾ ਸਾਰਾ ਘੜਿਆਲ ਬੰਨਿਆ ਹੋਇਆ, ਔਰ ਘੜਿਆਲ ਦੇ ਉੱਤੇ ਹਰ ਘੜੀ ਬਾਅਦ ਚੋਟ ਵੱਜਦੀ ਆ, ਔਰ ਉਹ ਵੱਜੀ ਹੋਈ ਚੋਟ ਇਸ ਗੱਲ ਦਾ ਪ੍ਰਤੀਕ ਹੈ, ਪਿੰਡ ਵਾਲਿਆਂ ਨੂੰ ਪਤਾ ਲੱਗਦਾ ਵੀ ਇੱਕ ਘੜੀ ਬੀਤ ਗਈ। ਸੰਸਾਰੀ ਗੱਲ ਸੀ। ਜਦੋਂ ਬਾਬਾ ਜੀ ਨੇ ਤੱਕਿਆ ਨਾ, ਇੱਕ ਅੰਦਰ ਖੌਫਾ ਪੈਦਾ ਹੋਇਆ। ਮਹਾਰਾਜ ਕਹਿੰਦੇ ਨੇ, ਫਰੀਦਾ ਦਰ ਦਰਵਾਜੇ ਜਾਏ ਕਹਿ, ਕਿਉਂ ਡਿਠੋ ਘੜਿਆਲ। ਇਹਨੇ ਦੋਸ਼ਾਂ ਮਾਰੀਏ, ਹਮ ਦੋਸ਼ਾਂ ਦਾ ਕਿਆ ਹਾਲ। ਇਹ ਤੇ ਨਦੋਸ਼ਾ ਆ, ਇਹਨੂੰ ਤਾਂ ਵੀ ਮਾਰ ਪੈਂਦੀ ਆ, ਸਾਡੇ ਦੋਸ਼ੀ ਲੋਕਾਂ ਦਾ ਕੀ ਹੋਏਗਾ? ਜਦੋਂ ਅੰਦਰ ਦੇ ਔਗਣ ਨੂੰ ਤੱਕਦੇ ਆ ਨਾ, ਵੈਰਾਗ ਆਏਗਾ। ਆਪਣੀ ਪੜਚੋਲ ਜਦੋਂ ਕਰੀਏ, ਹਮ ਦੋਸ਼ਾਂ ਦਾ ਕਿਆ ਹਾਲ, ਘੜੀਏ ਘੜੀਏ ਮਾਰੀਏ, ਪਹਿਰੀ ਲਏ ਸਜਾਏ, ਸੋ ਹੇੜਾ ਘੜਿਆਲ ਜਿਉ ਦੁਖੀ ਰਹਿਣ ਵਿਹਾਏ। ਜਿਹੇ ਵਿਖਿਆ ਸਗਲੀ ਤਜੀ, ਆਪਣੇ ਆਪ ਤੇ ਵੇਖਿਆ ਵੀ ਕਿੰਨੇ ਕੁ ਦੋਸ਼ ਆ, ਕਿੰਨੀ ਕੁ ਵਿਖਿਆ ਆ ਮੇਰੇ ਜੀਵਨ ਚ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਜਿਹੜੇ ਵਿਕਾਰ ਆ, ਮਹਾਰਾਜ ਕਹਿੰਦੇ ਨੇ, ਇਹ ਜਿਹੜੀ ਈਰਖਾ ਆ, ਅਨੇਕਾਂ ਰੂਪਾਂ ਵਾਲੇ ਵਿਕਾਰ ਆ, ਇਹ ਮੈਨੂੰ ਲੁੱਟਦੇ ਪਏ ਆ। ਇਹਨਾਂ ਨੂੰ ਤੱਜਣ ਦਾ ਯਤਨ ਕਰਨਾ, ਇੱਥੋਂ ਵੈਰਾਗ ਦੀ ਅਵਸਥਾ ਆਰੰਭ ਹੁੰਦੀ ਹੈ। ਇਹਨਾਂ ਵੱਲ ਵੇਖ ਕੇ ਵੈਰਾਗ ਆਉਂਦਾ ਹੈ ਵੀ ਮੇਰੇ ਕੋਲ ਇੰਨਾ ਕੁਝ ਆ, ਇਹਨਾਂ ਨੂੰ ਨਾ ਤਿਆਗਿਆ ਤੇ ਕੀ ਬਣੇਗਾ। ਵੈਰਾਗ ਵਿੱਚੋਂ ਤਿਆਗ ਉਤਪਨ ਹੋਏਗਾ। ਜਦੋਂ ਤਿਆਗ ਕਰਕੇ ਛੱਡਦੇ ਗਏ, ਇੱਕ ਦਿਨ ਉਹ ਆਏਗਾ ਜਿੱਦਣ ਅਨੁਰਾਗ ਦੀ ਕਣੀ ਜੀਵਨ ਵਿੱਚੋਂ ਜਨਮ ਲਏਗੀ। ਆਨੰਦ ਆਏਗਾ ਜਪਜੀ ਸਾਹਿਬ ਦੇ ਵਿੱਚੋਂ। ਔਰ ਜਪਜੀ ਸਾਹਿਬ ਫਿਰ ਇੱਕ ਨਹੀਂ, ਫਿਰ ਗਿਣਤੀਆਂ ਮਿਣਤੀਆਂ ਮੁੱਕ ਜਾਂਦੀਆਂ। ਹੋਰ ਪੜਨ ਨੂੰ ਜੀ ਕਰੇਗਾ, ਹੋਰ ਸੁਣਨ ਨੂੰ ਮਨ ਕਰੇਗਾ, ਵਾਰ-ਵਾਰ ਖਿੱਚ ਬਣੇਗੀ ਗੁਰੂ ਦੇ ਘਰ ਦੇ ਨਾਲ। ਉਹ ਅਨੁਰਾਗ ਦਾ ਕਿਣਕਾ ਆਰੰਭ ਹੁੰਦਾ ਸਿਰਫ। ਜਿਹੇ ਵਿਖਿਆ ਸਗਲੀ ਤਜੀ, ਵਿਕਾਰਾਂ ਦੀ ਸਮਝ ਆ ਗਈ। ਇਹ ਵਿਕਾਰ ਮੈਨੂੰ ਕਦੋਂ ਕਿਵੇਂ ਕਿਸ ਤਰੀਕੇ ਨਾਲ ਲੁੱਟਦੇ ਆ। ਤਾਂ ਹੀ ਸਤਿਗੁਰੂ ਕਹਿੰਦੇ ਆ ਨਾ, ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਅੰਮ੍ਰਿਤ ਲੂਟੈ ਮਨ ਮੁਖ ਨਹੀਂ ਬੂਝੈ, ਕੋਈ ਨਾ ਸੁਣੇ ਪੁਕਾਰਾ। ਇਹ ਲੁੱਟਦੇ ਆ, ਪਰ ਸਮਝ ਨਹੀਂ ਆ ਰਹੀ ਤੇ ਪੁਕਾਰ ਵੀ ਕੋਈ ਨਹੀਂ ਸੁਣਦਾ। ਉਸਾਰ ਮੜੌਲੀ ਰਾਖੈ ਦੁਆਰਾ, ਭੀਤਰ ਬੈਠੀ ਸਾਥਨਾ। ਅੰਮ੍ਰਿਤ ਕੇਲ ਕਰਹਿ ਨਿਤ ਕਾਮਣ, ਅਵਰ ਲੁਟੇਨ ਸੋ ਪੰਚ ਜਨ। ਸਰੀਰ ਬਣਿਆ ਉਸਾਰ ਮੜੌਲੀ, 9 ਇਹਦੇ ਦੁਆਰ ਆ। ਭੀਤਰ ਬੈਠੀ ਸਾਧਨਾ, ਆਤਮਾ ਵਿੱਚ ਬੈਠੀ ਸਰੀਰ ਦੇ। ਅੰਮ੍ਰਿਤ ਕੇਲ ਕਰੈ ਨਿਤ ਕਾਮਣ, ਅਵਰ ਲੁਟੇਨ ਸੋ ਪੰਚ ਜਨਾ। ਵਿਕਾਰ ਇਹਦੇ ਨਾਲ ਖੇਡਦੇ ਔਰ ਇਹਨੂੰ ਲੁੱਟ ਰਹੇ ਆ। ਇੱਕ ਦਿਨ ਆਇਆ, ਢਾ ਮੜੌਲੀ ਲੁੱਟਿਆ ਦਿਉਰਾ, ਸਾਥਨ ਪਕੜੀ ਏਕ ਜਨਾ। ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਤੇ ਪੰਚ ਜਨ। ਪਰ ਜਿਉਂਦੇ ਜੀ ਸਮਝ ਆ ਗਈ, ਆਪਣੇ ਜੀਵਨ ਚੋਂ ਇਹਨਾਂ ਨੂੰ ਤਿਆਗਣ ਦਾ ਯਤਨ ਕੀਤਾ। ਜਿਸ ਦਿਨ ਪਿਆਰਿਓ ਵੈਰਾਗ ਆ, ਅੱਖਾਂ ਦੇ ਹੰਝੂਆਂ ਚੋਂ ਜਿਹੜੇ ਰੱਬ ਦੀ ਯਾਦ ਵਿੱਚ ਡਿੱਗੇ ਹੋਏ ਹੰਝੂ ਆ,
ਉਹ ਹੰਝੂ ਅੰਦਰ ਦੀ ਮੈਲ ਨੂੰ ਧੋ ਦਿੰਦੇ ਆ। ਜਿਹੇ ਵਿਖਿਆ ਸਗਲੀ ਤਜੀ, ਆਪਣੇ ਜੀਵਨ ਵਿੱਚੋਂ ਇਸ ਜ਼ਹਿਰ ਨੂੰ, ਇਸ ਔਗਣ ਨੂੰ, ਇਹਨਾਂ ਵਿਕਾਰਾਂ ਨੂੰ ਵਾਰ-ਵਾਰ ਤਿਆਗਣ ਦਾ ਯਤਨ ਕੀਤਾ। ਪਿਆਰਿਓ, ਜਦੋਂ ਗੁਰੂ ਦੇ ਚਰਨਾਂ ਦਾ ਪੱਲਾ ਪਕੜ ਲਈਏ ਨਾ, ਤੇ ਯਾਦ ਰੱਖਿਓ ਇੱਕ ਦਿਨ ਇਹ ਵੀ ਆਉਂਦਾ, ਸੱਚੇ ਪਾਤਸ਼ਾਹ ਦੀ ਬਾਣੀ ਕਹਿੰਦੀ ਆ, ਜੋਏ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਭਇਆ। ਜਿਹੜੇ ਵਿਕਾਰ ਮੈਨੂੰ ਬੜਾ ਸਤਾਉਂਦੇ ਸੀ ਨਾ, ਉਹਨਾਂ ਤੇ ਜਦੋਂ ਮੇਰੇ ਮਾਲਕ ਦਾ ਡੰਡਾ ਚੱਲਿਆ, ਕਰ ਹੈ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨ ਆਇਆ। ਤਰਲਾ ਲੈਂਦੇ ਆ ਵੀ ਅਸੀਂ ਤੇਰੇ ਸੇਵਕ ਬਣ ਕੇ ਰਵਾਂਗੇ। ਵਿਕਾਰਾਂ ਦੀ ਤਸਵੀਰ ਬਦਲ ਜਾਂਦੀ ਹੈ, ਕਾਮ ਬਦਲ ਜਾਂਦਾ ਹੈ ਸੰਜਮ ਦੇ ਵਿੱਚ, ਕ੍ਰੋਧ ਦਾ ਸਰੂਪ ਬਦਲ ਜਾਂਦਾ ਹੈ, ਕ੍ਰੋਧ ਬਦਲ ਜਾਂਦਾ ਹੈ ਵੀਰ ਰਸ ਵਿੱਚ, ਲੋਭ ਬਦਲ ਜਾਂਦਾ ਹੈ ਸੰਤੋਖ ਦੇ ਵਿੱਚ, ਮੋਹ ਬਦਲ ਜਾਂਦਾ ਹੈ ਪ੍ਰੇਮ ਦੇ ਵਿੱਚ, ਹੰਕਾਰ ਬਦਲ ਜਾਂਦਾ ਸਵੈਮਾਨ ਦੇ ਵਿੱਚ। ਜਿਹੇ ਵਿਖਿਆ ਸਗਲੀ ਤਜੀ, ਲਿਓ ਭੇਖ ਬੈਰਾਗ। ਉਹਨੇ ਜਿਹੜਾ ਭੇਖ ਧਾਰਨ ਕੀਤਾ, ਬਾਹਰੀ ਤੌਰ ਤੇ ਵੈਰਾਗੀ ਨਹੀਂ ਬਣਿਆ। ਘਰ ਵਿੱਚ ਰਹਿੰਦਿਆਂ ਹੀ ਜੀਵਨ ਦੀ ਸਮਝ ਆ ਗਈ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਸਾਧ ਨਾ ਪਾਇਆ। ਜਿਉ ਕਸਤੂਰੀ ਮਿਰਗ ਨ ਜਾਣੇ, ਭਰਮ ਦਾ ਭਰਮ ਭੁਲਾਇਆ। ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤੇ ਆਪ ਖਵਾਇਆ। ਇੱਕ ਉਹ ਹੈ ਜਿਨ੍ਹਾਂ ਨੂੰ ਸਮਝ ਨਹੀਂ ਆ ਰਹੀ, ਪਰ ਇੱਕ ਉਹ ਵੀ ਹੈ ਜਿੱਥੇ ਮਹਾਰਾਜ ਕਹਿੰਦੇ ਨੇ, ਸਭ ਕਿਛ ਘਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਗੁਰ ਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ। ਆਨੰਦ ਬਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀ। ਦਿਓ ਭੇਖ ਬੈਰਾਗ, ਕਹੋ ਨਾਨਕ ਸੁਨ ਰੇ ਮਨਾ। ਤੇਹ ਨਰ ਮਾਥੇ ਭਾਗ, ਉਹਦੇ ਮੱਥੇ ਦੇ ਭਾਗ ਜਿਹੜੇ ਜਾਗ ਗਏ। ਅਸਲ ਚ ਉਹ ਭਾਗਾਂ ਵਾਲਾ ਹੋ ਗਿਆ ਜਿਹਦੀ ਸਤਿਗੁਰੂ ਦੇ ਦਰ ਨਾਲ, ਗੁਰੂ ਦੇ ਘਰ ਨਾਲ ਇੱਕ ਸਾਂਝ ਬਣ ਗਈ, ਜ਼ਿੰਦਗੀ ਜਿਉਣ ਦੀ ਸਮਝ ਆ ਗਈ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਪੂਰਬਲਾ ਕਰਮ ਬੀਜਿਆ, ਉਹ ਜਾਗ ਪਿਆ। ਵੇਖੋ, ਇਹ ਵੀ ਬੇਨਤੀ ਆ ਪਿਆਰਿਓ, ਜ਼ਿੰਦਗੀ ਜਿਉਣ ਦੀ ਸਮਝ ਹੀ ਆ ਜਾਏ ਨਾ, ਨਹੀਂ ਤੇ ਅਸੀਂ ਅਜੀ ਤਾਮਸੀ ਦੁਨੀਆ ਵਿੱਚ ਉਲਝੇ ਪਏ, ਹਨੇਰੇ ਦੀ ਜ਼ਿੰਦਗੀ ਜੀ ਰਹੇ ਆ। ਬਸ ਘਰ 'ਚ ਰਹਿ ਲਿਆ, ਖਾ ਲਿਆ, ਪੀ ਲਿਆ, ਭੋਗ ਲਿਆ, ਬੱਚਿਆਂ ਦੀ ਪੜ੍ਹਾ ਲਿਆ, ਬੱਚਿਆਂ ਤੱਕ ਸੀਮਤ ਆ। ਅਸਲ ਕਰਮ ਵਾਲੇ ਪਾਸੇ ਕਦਮ ਨਾ ਪੁੱਟ ਸਕੇ। ਘੜੀਆਂ ਦੋ ਘੜੀਆਂ ਉਸ ਮਾਲਕ ਨਾਲ ਵੀ ਜੁੜੀਏ। ਮਹਾਰਾਜ ਕਹਿੰਦੇ ਆ, ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਿ ਕਿਆ ਤੁਧ ਕਰਮ ਕਮਾਇਆ। ਮੇਰਿਆ ਮਨਾ, ਦੁਨੀਆ ਚ ਆਇਆ, ਕੋਈ ਕਰਮ ਬਾਰੇ ਦੱਸ, ਚੰਗਾ ਕਰਮ ਕੀ ਕੀਤਾ ਹੈ, ਕਰਨਾ ਤੇ ਕੀ ਸੀ। ਮਹਾਰਾਜ ਕਹਿੰਦੇ, ਕਿ ਕਰਮ ਕਮਾਇਆ ਤੁਧ ਸਰੀਰਾ, ਜਾ ਤੂੰ ਜੱਗ ਮੈਂ ਆਇਆ। ਜਿਨ ਹਰ ਤੇਰਾ ਰਚਨ ਰਚਿਆ, ਸੋ ਹਰ ਮਨ ਨਾ ਵਸਾਇਆ। ਜਿਹਨੇ ਤੈਨੂੰ ਸਭ ਕੁਝ ਦਿੱਤਾ ਆ, ਤੂੰ ਤੇ ਉਹਨੂੰ ਵੀ ਭੁਲਾ ਦਿੱਤਾ ਹੈ। ਪਿਆਰੇ, ਉਹਨੂੰ ਭੁੱਲੀਏ ਨਾ। ਸਮੇਂ ਚੋਂ ਸਮਾਂ ਸਾਨੂੰ ਕੱਢਣਾ ਪਏਗਾ। ਸੰਸਾਰ ਲਈ ਸਾਡੇ ਕੋਲ ਬਹੁਤ ਸਮਾਂ, ਬੜੇ ਪਲ, ਬੜੀਆਂ ਘੜੀਆਂ, ਪਰ ਕਦੀ ਗੁਰੂ ਲਈ ਕੁਝ ਘੜੀਆਂ, ਕੁਝ ਸਮਾਂ ਕੱਢ ਲਈਏ। ਉਹੀ ਪਲ, ਉਹੀ ਘੜੀਆਂ ਅਸਲ ਵਿੱਚ ਸਫਲੇ ਗਿਣੇ ਜਾਂਦੇ ਆ। ਸੋ ਦਿਨ ਸਫਲ ਗਣਿਆ, ਜਿਤ ਪ੍ਰਭੂ ਮਿਲਾਇਆ ਰਾਮ। ਮਹਾਰਾਜ ਕਹਿੰਦੇ ਨੇ, ਉਹ ਰੁੱਤ, ਉਹ ਪਲ, ਉਹ ਘੜੀਆਂ, ਉਹ ਸਮਾਂ ਸਦਾ ਹੀ ਚੰਗਾ ਜਦੋਂ ਵਾਹਿਗੁਰੂ ਦੇ ਚਰਨਾਂ ਦੀ ਯਾਦ ਆ ਜਾਏ। ਨਾਨਕ ਸੋਈ ਦਿਵਸ ਸੁਹਾਵੜਾ, ਜਿਤ ਪ੍ਰਭ ਆਵੇ ਚਿੱਤ।
ਜਿਤ ਦਿਨ ਵਿਸਰੈ ਪਾਰ ਬ੍ਰਹਮ ਫਿਟ ਭੁਲੇਰੀ ਰੁੱਤ। ਉਹ ਰੁੱਤ ਹੀ ਮਾੜੀ ਹੈ ਜਿੱਦਣ ਸਾਈਂ ਵਿਸਰ ਜਾਂਦਾ ਹੈ। ਉਹ ਪਾਲੋ ਘੜੀਆਂ, ਉਹ ਸਮਾਂ ਬਹੁਤ ਚੰਗਾ ਜਦੋਂ ਵਾਹਿਗੁਰੂ ਦੀ ਯਾਦ ਆ ਜਾਂਦੀ ਏ, ਮਾਲਕ ਦੀ ਯਾਦ ਨਾਲ ਜੁੜੀਏ। ਗੁਰੂ ਦੀ ਰਹਿਮਤ ਸਾਡੀ ਝੋਲੀ ਵਿੱਚ ਪਏਗੀ। ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ ਦੀਆਂ ਖੁਸ਼ੀਆਂ ਮਾਣਦੇ ਆ, ਉਹਦੇ ਚਰਨਾਂ ਵਰਗੇ ਹੋਣ ਦਾ ਯਤਨ ਕਰੀਏ। ਮਹਾਰਾਜ ਮੇਰ ਕਰਨ ਵਿਚਾਰਾਂ ਕਰਦੇ ਆ। ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।